बिस्मिल्लाहिर्रहमानिर्रहीम। मैं मोहम्मद सरफराज जी इस वेले ਚੱਕ नंबर 171 RB कोट हयात खां बैठा जी। मेरे नाल ने जनाब भाई मुहम्मद रमज़ान कंबोज साहब। ये साडे इलाके दे मायानाज काश्तकार है, खसूसन सब्जियां दे, वैसे हर चीज़ दे काश्तकार है। और नाल ने जनाब साद खालिद नंबरदार साहब, ये ਚੱਕ नंबर 173 रसूलपुर जट्टां दे नंबरदार है जी। तो साडे भी यही नंबरदार है। हाँ जी, अस्सलाम वालेकुम जी। रमज़ान साहब सलाम अलैकुम। भाई रमज़ान, ਪਹਿਲਾਂ ਤਾਂ ਇਹ ਦੱਸੋ ਤੁਸੀਂ ਇਹ ਜਿਹੜੀ ਬੰਦ ਗੋਭੀ ਹੈ ਕਿੰਨੇ ਅਰਸੇ ਤੋਂ ਕਾਸ਼ਤ ਕਰ ਰਹੇ? ਬੰਦ ਗੋਭੀ 20 ਸਾਲ ਤੋਂ ਕਰ ਰਹੇ 20 ਸਾਲ ਤੋਂ ਕਰ ਰਹੇ ਤੇ ਫਿਰ ਤੇ ਤੁਸੀਂ ਬੰਦ ਗੋਭੀ ਦੀ ਰਗ ਰਗ ਤੋਂ ਵਾਕਿਫ ਆ। ਦੱਸੋ ਇਹਦੇ ਲਈ ਜ਼ਮੀਨ ਕਿੱਦਾਂ ਦੀ ਚਾਹੀਦੀ ਹੈ? ਜ਼ਮੀਨ ਦੀ ਅੱਛੀ ਤਿਆਰੀ, ਫੁੱਲ ਤਿਆਰੀ ਹੋਣੀ ਚਾਹੀਦੀ, ਅੱਛੀ ਜ਼ਮੀਨ ਹੋਣੀ ਕੀ ਚਾਹੀਦੀ। ਤਿਆਰੀ ਕਰਨੀ ਹੈ? ਮਾੜੀ ਜ਼ਮੀਨ 'ਚ ਵੀ ਹੋ ਜਾਂਦੀ ਹੈ, ਹਰ ਜ਼ਮੀਨ 'ਚ ਇਹ ਹਰ ਜ਼ਮੀਨ 'ਚ ਹੋ ਜਾਂਦੀ ਹੈ। ਇਹਦੇ ਲਈ ਕੀ ਤਿਆਰੀ ਕੀ ਕਰਨੀ ਹੈ ਇਹਦੇ ਲਈ? ਇਹ ਯਾਨੀ ਕਿ ਅੱਛੀ ਹੋਣੀ ਚਾਹੀਦੀ ਹੈ ਜ਼ਮੀਨ, ਤਿਆਰ ਫੁੱਲ ਹੋ ਜਾਣੀ ਚਾਹੀਦੀ ਹੈ, ਵਹਾਈ ਅੱਛੀ ਹੋਣੀ ਚਾਹੀਦੀ। ਵਹਾਈ ਕਿੰਨੀ ਕੁ ਕਰਨੀ, ਕਾਹਦੇ ਨਾਲ ਕਰਨੀ? ਰੂਟਾਵੇਟਰ ਨਾਲ, ਹੱਲਾਂ ਜੇ ਨਾਲ? ਅਗਰ ਡਲੇ ਡੁਲੇ ਨੇ ਤੇ ਫਿਰ ਬਰੀਕ ਕਰਨ ਵਾਸਤੇ ਰੂਟਰ ਮਾਰ ਲੈਣਾ ਚਾਹੀਦਾ। ਅੱਛਾ ਜੀ, ਕਿੰਨੀਆਂ ਨਹੀਂ ਤੇ ਕਿਸੀਆਂ ਜੇ ਲਾਣੀਆਂ? ਸੁਹਾਗੇ ਨਾਲ ਹੋ ਜਾਵੇ ਅੱਛਾ, ਤੇ ਸੁਹਾਗੇ ਨਾਲ ਵੀ ਕਰ ਲੈਣੀ। ਜ਼ਮੀਨ ਬਰੀਕ ਕਰ ਲੈਣੀ ਹਾਂ, ਹੈ। ਜ਼ਮੀਨ ਬਰੀਕ ਕਰ ਲੈਣੀ, 2 ਸੀਆਂ ਨਾਲ ਹੋ ਜਾਏ, 3 ਨਾਲ ਹੋ ਜਾਏ, 4 ਨਾਲ ਹੋ ਜਾਏ, ਜਿੰਨੀਆਂ ਸੀਆਂ ਦੇ ਨਾਲ ਹੋ ਜਾਏ। ਹਾਂਜੀ। ਅੱਛਾ, ਇਹਦੇ ਥੱਲੇ ਖਾਦ ਕਿਹੜੀ ਪਾਉਣੀ ਹੈ? ਖਾਦ ਇਹਦੇ ਥੱਲੇ ਪਾਉਣੀ ਹੈ DAP। ਕਿੰਨੀ? DAP 2 ਬੋਰੀਆਂ ਅੱਛਾ ਜੀ। ਤੇ ਇੱਕ ਆਰਗੈਨਸ ਦਾ ਪੈਕਟ ਪਾ ਲਓ, ਜਾਂ ਸੰਜੈਂਟਾ ਦੀ ਉਹ ਪਾ ਲਓ, ਹੋਮਿਓਕ ਐਸਿਡ। ਹੋਮਿਕ ਐਸਿਡ ਸੰਜੈਟਾ ਵਾਲਿਆਂ ਦਾ? ਅੱਛਾ ਜੀ। ਜਾਂ ਜਿਹੜੀ ਮਰਜ਼ੀ ਕੰਪਨੀ ਦਾ ਪਾ ਲਓ ਤੁਸੀਂ। ਅੱਛਾ ਜੀ। ਆਰਗੈਨਸ ਇਹਨਾਂ ਦਾ, ਟਾਰਜਨ ਵਾਲਿਆਂ ਦਾ ਉਹ ਪਾ ਲਓ, ਟਾਰਜ਼ਨ ਵਾਲਿਆਂ ਦਾ ਪਾ ਲਓ। ਜਿਹੜੀ ਅੱਛਾ ਵੀ ਜੀ, ਕੰਪਨੀਆਂ ਦੇ ਨੇ, ਜੇ ਮਸਲਾ ਜਿਹੜਾ ਮਰਜ਼ੀ ਤੁਸੀਂ ਹੋਮਿਓਕ ਐਸਿਡ ਪਾਉਣਾ। ਹੋਮਿਕ ਐਸਿਡ ਪਾਉਣਾ। ਅੱਛਾ ਜੀ। ਥੱਲੇ ਜ਼ਮੀਨ ਦੀ ਤਿਆਰੀ ਤੇ, ਅੱਛਾ ਜੀ। ਜਿਹਦੀ ਵਜ੍ਹਾ ਨਾਲ ਫਿਰ ਉਹ ਰੇਂਜ ਪੈਲੀ ਜ਼ਿਆਦਾ ਚੁੱਕਦੀ ਹੈ, ਅੱਛਾ ਜੀ। ਬੀਜ ਦਾ ਗੋ ਜ਼ਿਆਦਾ ਹੁੰਦਾ। ਅੱਛਾ ਜੀ। ਹਾਂ, ਆਰਗੈਨਸ ਨਾਲ ਜਾਂ ਹੋਮਿਓਕ ਐਸਿਡ ਨਾਲ। ਚਲੋ ਖਾਦਾਂ ਦੀ ਗੱਲ ਪਹਿਲਾਂ ਕਰ ਲੈਂਦੇ। ਥੱਲੇ ਤਾਂ ਪੈ ਗਈ ਖਾਦ, ਇਹ ਜਿਹੜੀ DAP ਤੇ ਉਹ ਤੁਸੀਂ ਜਿਹੜਾ ਹਿਊਮਿਕ ਐਸਿਡ ਕਿਹਾ, ਹਾਂਜੀ, ਉੱਪਰ ਕਿੰਨੀ ਖਾਦ ਪੈਂਦੀ ਇਹਨੂੰ? ਉੱਪਰ ਭਾਵੇਂ ਤੁਸੀਂ 20 ਬੋਰੀਆਂ ਪਾ ਲਓ ਯੂਰੀਏ ਦੀ। ਅੱਛਾ, ਜਿੰਨੀ ਮਰਜ਼ੀ ਪਾਈ ਜਾਓ। ਜਿੰਨੀ ਨਹੀਂ, ਮਰਜ਼ੀ 20 ਐਵੇਂ ਥੋੜ੍ਹੀ ਸਿੱਟ ਜਾਣੀ, ਕੋਈ ਵਜ੍ਹਾ ਤਾਂ ਹੋਊਗੀ। ਨਹੀਂ, ਇਹ ਪਾ ਦਿੰਦੇ ਆ, 10 ਤੋਂ 12 ਬੋਰੀਆਂ ਪੈ ਜਾਂਦੀਆਂ ਨੇ ਉੱਪਰ ਉੱਪਰ। ਕਿੰਨੇ ਕਿੰਨੇ ਵਕਫੇ ਨਾਲ? ਇਹ ਤਕਰੀਬਨ ਚੌਥੇ ਦਿਨ ਵੀ ਪੈ ਜਾਂਦੀ ਹੈ, ਜਦੋਂ ਸਪੀਡ ਲਵਾਉਣੀ ਹੋਵੇ, ਇਹਨੂੰ ਤਿਆਰ ਕਰਨਾ ਹੋਵੇ। ਅੱਛਾ ਜੀ। ਜੇ ਲੇਟ ਕਰਨਾ ਹੋਵੇ ਫਿਰ 8ਵੇਂ ਦਿਨ 2 ਬੋਰੀਆਂ ਨੂੰ ਇੱਕ ਟਾਈਮ 'ਚ ਪੈਂਦੀਆਂ ਨੇ ਅੱਛਾ ਜੀ। ਬੰਦ ਗੋਭੀ ਨੂੰ। ਚਲੋ ਹੁਣ ਤਿਆਰੀ ਦੀ ਗੱਲ ਕਰ ਰਹੇ ਹਾਂ। ਇਹ ਜਿਸ ਵੇਲੇ ਤਿਆਰ ਹੋ ਗਈ, ਖਾਦ ਪਾਤੀ, ਹਿਊਮਿਕ ਐਸਿਡ ਪਾਤਾ, ਫਿਰ ਇਹਦੀਆਂ ਖੇਲਾਂ ਕੱਢਣੀਆਂ, ਉਹ ਕਾਹਦੇ ਨਾਲ ਕੱਢਣੀਆਂ? ਇਹ ਗੋਭੀ ਜਿਹੜੀ ਟਾਈਮ ਦੀ ਗੋਭੀ ਹੋਵੇ ਨਾ, ਉਹਨੂੰ ਤੁਸੀਂ ਭਾਵੇਂ 4 ਬੋਰੀਆਂ ਵੀ ਯੂਰੀਆ ਪਾ ਦਿਓ। ਅੱਛਾ ਜੀ। ਲੇਕਿਨ ਜਿਹੜੀ ਅੱਜ ਕੱਲ੍ਹ ਲੱਗਣੀ ਹੈ ਨਾ ਗੋਭੀ, ਅੱਜ ਕੱਲ੍ਹ ਮਤਲਬ ਹੁਣ ਉਹਨੂੰ 12 ਬੋਰੀਆਂ ਪੈਣੀਆਂ ਨੇ ਤੇ ਉਹਨੇ ਤਿਆਰ ਹੋਣਾ ਫਰਵਰੀ ਦੇ ਵਿੱਚ। ਹਾਂ, ਜਿਹੜੀ ਹੁਣ ਲੱਗਣੀ ਹੈ। ਅੱਛਾ, ਟਾਈਮ ਇਹਦਾ ਅਸਲ ਕੀ ਆ? ਅਸਲ ਟਾਈਮ ਇਹਦਾ ਹੈ ਆ 15 ਜਨਵਰੀ ਤੋਂ ਪਿੱਛੇ 15 ਜਨਵਰੀ ਤੋਂ ਤੇ ਪਿਛਲੇ ਕਿਹੜੇ ਤਰੀਕ ਤੋਂ ਸ਼ੁਰੂ ਹੁੰਨੇ ਆ? ਸਤੰਬਰ ਚ ਉਹ ਅਸੀਂ ਦਸੰਬਰ? 15 ਅਗਸਤ ਤੋਂ ਲੈ ਕੇ 15 ਜਨਵਰੀ ਤੱਕ ਇਹਦਾ ਟਾਈਮ ਹੈ। ਅੱਛਾ ਜੀ। ਤੇ ਜੇ 15 ਅਗਸਤ ਤੋਂ ਪਹਿਲਾਂ ਵੀ ਲੋਗਣਾ ਤਾਂ ਵੀ ਧੱਕੇ ਆ, ਪਿੱਛੋਂ ਲਾਉਣੀ ਆ ਤਾਂ ਵੀ ਬਹੁਤ ਖਰਚਾ, ਤੇ ਯਾਨੀ ਕਿ ਉਹ ਨਾ ਫਸਲ ਦਾ ਉਹਨਾਂ ਮਿਆਰ ਵੀ ਨਹੀਂ ਬਣਦਾ ਜੀ, ਨਿਕਾਲ ਵੀ ਘੱਟ ਹੁੰਦਾ। ਜਿਹੜੀ 15 ਫਰਵਰੀ ਤੋਂ ਬਾਅਦ ਚ ਲੱਗਣੀ ਆ, ਉਹਨੇ 300 ਤੋਂ 400 ਤੋੜਾ ਜਾਂ 300 ਤੋੜਾ ਹੀ ਕੱਢਣਾ। ਤੇ ਜਿਹੜੀ 15 ਜਨਵਰੀ ਤੱਕ ਲੱਗ ਗਈ, ਇਹਦੇ ਚੋਂ ਕਿੰਨੇ ਨਿਕਲੇ ਆਉਂਦੇ? ਇਹਦੇ ਚੋਂ ਤਕਰੀਬਨ 600 ਤੋਂ 700 ਤੋੜਾ। ਅੱਛਾ, ਇਹ ਕਿੰਨੇ ਕੁ ਦਾ ਤੋੜਾ ਵਿਕ ਜਾਂਦਾ? ਇਹ ਤੋੜਾ ਪੱਲਿਓਂ ਵੀ ਪੈਸੇ ਲੈ ਲੈਂਦਾ। ਅੱਛਾ ਜੀ। ਤੇ 2000 ਦਾ ਵੀ ਵਿਕ ਜਾਂਦਾ, ਪੱਲੇ 500 ਦਾ ਦਾ ਵੀ ਵਿਕ ਜਾਂਦਾ। ਪੱਲੇ ਦਾ ਇਸ ਮਤਲਬ? ਟਾਈਮ 1300-1400 ਰੁਪਏ ਦਾ ਵਿਕ ਰਿਹਾ। ਹਾਂਜੀ। ਜੋ ਮਸਲਨ ਗੋਭੀ ਇਸ ਦਫਾ ਸ਼ੁਰੂ ਹੋਈ ਹੈ, ਜਿਹੜੀ ਸਾਡੇ ਇਲਾਕੇ ਦੀ ਹੈ ਨਾ ਜੀ। ਹਾਂਜੀ। ਪਹਿਲੀ ਗੋਭੀ ਸਾਡੀ ਗਈ ਆ 11ਵੇਂ ਮਹੀਨੇ ਦੀ 3 ਤਰੀਕ ਨੂੰ ਗਈ ਆ ਕਟਾਈ ਹੋ ਕੇ ਜੀ। ਜਿਹੜੀ 15 ਅਗਸਤ ਨੂੰ ਲਾਈ ਸੀ, ਲੱਗੀ ਸੀ। ਠੀਕ ਹੈ। ਕਾਸ਼ਤ ਹੋਈ ਸੀ, ਉਹ ਜਾਨੀ 16 ਨੂੰ ਲਾਈ ਸੀ ਬਲਕਿ। ਅੱਛਾ ਜੀ। 11ਵੇਂ ਦੀ 3 ਤਰੀਕ ਨੂੰ ਕੱਟ ਕੇ ਗਈ ਸੀ ਜੀ। ਅਸੀਂ। ਜਿਹੜਾ ਆ ਵੀ ਮਾਰਕੀਟ ਦੇ ਵਿੱਚ ਤਕਰੀਬਨ ਉਦੋਂ ਕੋਈ ਬੰਦਾ ਨਹੀਂ ਸੀ, ਇੱਕ ਅੱਧਾ ਬੰਦਾ ਹੀ ਹੋਊਗਾ, ਕੋਈ ਮਾਨ ਵਾਲੇ ਏਰੀਏ ਦੀ, ਇਸ ਏਰੀਏ ਦੀ ਨਹੀਂ ਸੀ ਜਾ ਰਹੀ, ਸਵਾਤ ਏਰੀਏ ਦੀ ਆ ਰਹੀ ਸੀ ਬਸ ਗੋਭੀ। ਠੀਕ ਹੈ ਜੀ। ਪਹਿਲਾਂ ਮੰਡੀ ਦੇ ਵਿੱਚ ਗਏ ਸੀ। ਅੱਛਾ ਜੀ, ਕਿਹੜੀ ਮੰਡੀ ਦੀ ਗੱਲ ਆ? ਲਾਹੌਰ ਮੰਡੀ। ਲਾਹੌਰ। ਕੀ ਰੇਟ ਮਿਲਿਆ ਸੀ ਉਹਦਾ? ਉਹਦਾ ਰੇਟ ਮਿਲਿਆ ਸੀ ਇਹੀ 1300-1400 ਰੁਪਏ। 1300, 1500, 16, 2000 ਤੱਕ ਵੀ ਤੋੜਾ ਚਲੇ ਜਾਂਦਾ। ਸੀਜ਼ਨ ਦੀ ਲੱਗੀ ਹੋਵੇ 600 ਤੋੜਾ ਤੱਕ ਚੱਲ ਜਾਂਦੀ ਹੈ। ਹਾਂ, ਸੀਜ਼ਨ ਦੀ 600, ਲੇਕਿਨ ਜਿਹੜੀ ਇਹ ਪਹਿਲੀ ਅਗੇਤੀ ਇਹ ਵੀ 250 ਤੋਂ 300 ਤੋੜਾ ਹੀ ਕੱਢਦੀ ਹੈ। ਇਹ ਵੀ 250-300 ਕੱਢਦੀ ਹੈ। ਪਛੇਤੀ ਜਿਹੜੀ 15 ਜਨਵਰੀ ਤੋਂ ਬਾਅਦ ਲੱਗਣੀ ਆ, ਉਹ ਵੀ ਇੰਨੇ 300 350 ਤੋੜਾ। ਅੱਛਾ ਜੀ। ਕਿਉਂਕਿ ਗਰਮੀ ਆ ਜਾਂਦੀ ਹੈ ਜੀ। ਫੁੱਲ ਗਰੋਥ ਨਹੀਂ ਕਰਦਾ, ਛੋਟਾ ਫੁੱਲ ਰਹਿੰਦਾ, ਛੋਟਾ ਫੁੱਲ ਹੀ, ਜਾਣੀ ਕਿ ਉਹ ਫਿਰ ਗਰਮੀ ਦੀ ਵਜ੍ਹਾ ਨਾਲ ਤਿਆਰ ਨਹੀਂ ਹੁੰਦੀ। ਇਹ ਫੁੱਲ ਦੇ ਸਾਈਜ਼ ਦਾ ਵੀ ਕੋਈ ਮਾਰਕੀਟ 'ਚ ਫਰਕ ਪੈਂਦਾ? ਛੋਟਾ ਮੋਟਾ? ਹਾਂਜੀ। ਛੋਟਾ ਮਹਿੰਗਾ ਵਿਕਦਾ ਕਿ ਮੋਟਾ? ਨਹੀਂ, ਛੋਟਾ ਸਾਈਜ਼ ਮਹਿੰਗਾ ਵਿਕਦਾ, ਜਾਣੀ ਕਿ ਜਿਹੜਾ
ਪੌਣੇ ਕਿਲੋ ਦਾ ਫੁੱਲ ਹੋਵੇ ਉਹ ਕਿਲੋ ਜ਼ਿਆਦਾ ਪੌਣੇ ਵਿਕਦਾ। ਕਿਲੋ ਦਾ ਇਹ ਉਹ ਜਿਹੜੀਆਂ ਬੰਦ ਗੋਭੀਆਂ ਨੇ ਨਾ, ਕੁਝ ਐਸੇ ਬੀਜ ਨੇ 4-4 5-5 ਕਿਲੋ ਦੇ ਵੀ ਹੋ ਜਾਂਦੇ ਆ। ਅੱਛਾ ਜੀ ਤੇ ਲੇਕਿਨ ਜਿਹੜੇ ਅੱਛੇ ਮਿਆਰੀ ਬੀਜ ਆ, ਜੀ ਜਿਹੜੇ ਯਾਨੀ ਕਿ ਜਿਹੜੇ ਇਸ ਟਾਈਮ ਲੱਗ ਰਹੇ ਨੇ, ਇਹ ਇੱਕ ਬੀਜ ਆ ਜਿਹੜਾ ਪਛੇਤਾ ਟਕੀਟਾ ਜਾਪਾਨ ਦਾ ਬੀਜ ਆ, ਹਾਂਜੀ ਉਹ ਅੱਛਾ ਆ। ਤੇ ਜਾਂ ਗ੍ਰੀਨ ਰਾਈਜ਼ ਵੀ ਅੱਛਾ, ਗ੍ਰੀਨ ਰਾਈਸ ਹਾਂ, ਵਾਲਾ ਜਾਂ ਸੈਂਟ ਬੀਜ ਅੱਛਾ। ਇਹ ਕੁਝ ਗੋਭੀਆਂ ਫਟ ਇਹ ਜਾਂਦੇ ਆ ਜਿਹੜੀਆਂ ਬੀਜ ਜਦੋਂ ਤਿਆਰ ਹੁੰਦੀਆਂ। ਉਹ ਗੇਤੀ ਹੁੰਦੀ ਆ, USA ਦਾ ਪੈਕਟ ਆ। ਅੱਛਾ ਹਾਂਜੀ ਤੇ ਇਹ ਜਿਹੜੀ ਹੈ ਨਾ, ਇਹ ਗੋਭੀ ਮਸਲਨ ਅਸੀਂ ਜਿਹੜੀ ਹੁਣ ਲਾਉਣੀ ਆ, ਹਾਂਜੀ ਇਹਦੇ 'ਚ ਫਟਣ ਵਾਲਾ ਜਾਂ ਖਰਾਬ ਵਾਲਾ ਚੱਕਰ ਨਹੀਂ ਹੈ। ਇਹ ਕਿਹੜੀ ਹੈ, ਇਹਦਾ ਨਾਂ ਕੀ ਹੈ? ਇਹ ਇਸ ਟਾਈਮ ਜਿਹੜੇ ਬੀਜ ਸਹੀ ਬੀਜ ਅਸਲ ਨੇ, ਇਹ ਗ੍ਰੀਨ ਰਾਈਜ਼ ਹੈ ਇੱਕ ਬੀਜ, ਹਾਂਜੀ ਤੇ ਇੱਕ ਸੈਂਟ ਹੈ। ਜੀ ਜਿਹੜੇ ਦੋ ਬੀਜ ਟਾਪ ਦੇ ਜਿਹੜੇ ਅਸੀਂ 20 ਸਾਲ ਤੋਂ ਇਸਤੇਮਾਲ ਕਰ ਰਹੇ ਹਾਂ, ਇਹ ਨਹੀਂ ਫਟਦੇ। ਇਹ ਨਹੀਂ ਫਟਦੇ, ਇਹਨਾਂ ਦੀ ਪੈਦਾਵਾਰ ਵੀ ਅੱਛੀ ਹੁੰਦੀ ਹੈ, ਹਾਂਜੀ ਫੁੱਲ ਵੀ ਸਾਈਜ਼ ਦਾ ਹੀ ਬਣਦੇ ਆ, ਅੱਛਾ ਜੀ ਤੇ ਮਸਲਨ ਵੀ ਖਰਾਬ ਵੀ ਨਹੀਂ ਹੁੰਦੀ। ਮਾਰਕੀਟ 'ਚ ਵੀ ਇਹਨਾਂ ਨੂੰ ਜ਼ਿਆਦਾ ਇਹ ਪਸੰਦ ਕਰਦੇ। ਠੀਕ ਹੈ ਜੀ ਇੱਕ ਨਵਾਂ ਬੀਜ ਆਇਆ ਆ, ਉਹ ਗਰੀਜਾ ਸੀਟ ਵਾਲਿਆਂ ਦਾ, ਅੱਛਾ ਜੀ ਉਹ ਰਮੈਂਸ 72 ਆ ਉਹਨਾਂ ਨਾਲ, ਅੱਛਾ ਜੀ ਉਹ ਵੀ ਅੱਛਾ ਬੀਜ ਆ। ਉਹ ਠੀਕ ਮੈਂ ਹੈ ਪਿਛਲੇ ਸਾਲ ਪਹਿਲੀ ਦਫਾ ਲਾਇਆ ਸੀ। ਜੀ ਉਹ ਅੱਛਾ ਬੀਜ ਆ, ਉਹਨੂੰ ਬਿਮਾਰੀ ਦੇ ਖਿਲਾਫ ਵੀ ਕੂਵਤ ਮਦਾਫਤ ਰੱਖਦਾ, ਜੀ ਤੇ ਉਂਝ ਵੀ ਅੱਛਾ, ਰੰਗਤ ਵੀ ਉਹਦੀ ਅੱਛੀ ਹੈ। ਜੀ ਉਹ ਬਿਲਕੁਲ ਸੈਂਟ ਦੇ ਨਾਲ ਦਾ, ਸੈਂਟ 6000 ਦੀ ਡੱਬੀ ਹੈ, ਜੀ ਉਹ ਸੈਂਟ ਨਾਲੋਂ ਵੀ ਬਲਕਿ ਅੱਛਾ ਹੀ ਆ, ਉਹਦੇ ਨਾਲੋਂ ਅੱਛਾ ਆ, ਮਾੜਾ ਨਹੀਂ ਹੈ। ਠੀਕ ਇਹ ਗ੍ਰੀਨ ਇਹ- ਰਾਈਸ ਕਿੰਨੇ ਇਹ- ਦਾ ਜੀ? ਇਹ 4500 ਦੀ ਡੱਬੀ ਆ, ਰਮੈਂਸ 72 ਜਿਹੜਾ, ਅੱਛਾ ਜੀ ਇਹ ਗਰੀਜਾ ਸੀਡ ਦਾ। ਠੀਕ ਹੈ। ਇਹ ਗ੍ਰੀਨ ਰਾਈਸ ਦਾ ਪੁੱਛਦੇ ਉਹ ਕਿੰਨੇ ਦਾ? ਗ੍ਰੀਨ ਰਾਈਜ 5500 ਦੀ ਡੱਬੀ ਹੈ। ਅੱਛਾ ਜੀ ਇਹ ਪੈਲੀ ਦੇ ਵਿੱਚ ਕਿੰਨੇ ਦਾ ਲੱਗ ਜਾਂਦਾ ਤਕਰੀਬਨ? ਇਹ ਜਿਹੜਾ ਨਾ ਜੀ ਇਹ ਬੀਜ ਬਰੀਕ ਵੀ ਆ ਜਾਂਦਾ, ਬਾਏ ਟਾਈਮ ਮੋਟਾ ਵੀ ਹੁੰਦਾ। ਅੱਛਾ ਜਿਹੜਾ ਜੀ ਹੁਣ ਆਪਾਂ ਇਸ ਟਾਈਮ ਲਗਾਇਆ ਨਾ, ਹਾਂਜੀ ਮੋਟਾ ਲਗਾਇਆ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੀਜ ਜਿਹੜਾ ਨਾ ਮੋਟਾ ਹੀ ਹੋਵੇ, ਸਿਹਤਮੰਦ ਹੋਵੇ, ਠੀਕ ਹੈ ਜੀ ਉਹ ਲਾਈਦਾ। ਬਰੀਕ ਹੋਵੇ ਤਾਂ 3 ਡੱਬੀਆਂ ਲੱਗ ਜਾਂਦੀਆਂ ਨੇ, ਹਾਂਜੀ ਮੋਟਾ ਹੋਵੇ 4 ਡੱਬੀਆਂ ਲੱਗਦੀਆਂ ਨੇ। ਠੀਕ ਹੈ ਜੀ ਤੇ ਅਸੀਂ ਮੋਟੇ ਦੇ ਲਾਟ ਆਇਆ ਸੀ, ਤੇ ਉਹਦੇ ਚੋਂ ਹੀ ਆਹ ਲਾਈ ਆ ਜਿਹੜੀ ਲਾਈ ਆ ਹੁਣ। ਹਾਂਜੀ ਅੱਗੇ ਹਰ ਸਾਲ 20-25 ਕਿੱਲੇ ਲਾਈਦੇ ਆ, ਹਾਂਜੀ ਇਸ ਦਫਾ ਕੋਈ ਥੋੜੀ ਜਿਹੀ ਕਾਸ਼ਤ ਜ਼ਿਆਦਾ ਦੀ ਵਜ੍ਹਾ ਨਾਲ ਘੱਟ ਥੋੜੀ ਜਿਹੀ। ਇਸ ਦਫਾ ਟਮਾਟਰ ਜ਼ਿਆਦਾ ਲਾ ਲਿਆ? ਨਹੀਂ, ਟਮਾਟਰ ਅੱਗੇ ਵੀ ਇੰਨੇ ਲਾਈਦਾ ਅੱਛਾ ਜੀ ਹਰ ਸਾਲ ਹੀ। ਠੀਕ ਹੈ ਟਮਾਟਰ 7-10 ਕਿੱਲੇ ਲਾਈਦੇ, 10 8-10 11 ਕਿੱਲੇ, ਅੱਛਾ ਜੀ ਤੇ ਇਸ ਦਫਾ ਵੀ ਅਜੇ 8 ਹੀ ਲਾਏ ਆ, ਇੱਕ 2 ਹੋਰ ਲਾ ਲਾਂਗੇ। ਠੀਕ ਤੇ ਬੰਦ ਗੋਭੀ ਜਿਹੜੀ ਆ, ਉਹ ਅਸੀਂ 5 ਤੋਂ 6 ਖੇਤ ਹੀ ਲਾਏ ਆ ਇਸ ਦਫਾ। ਠੀਕ ਹੈ। ਅੱਛਾ ਇਹ ਜਿਹੜਾ ਹੈਗਾ, ਤੁਸੀਂ ਨਵੇਂ ਕਾਸ਼ਤਕਾਰ ਆ, ਉਹਨਾਂ ਨੂੰ ਕੀ ਮਸ਼ਵਰਾ ਦਿੰਦੇ? ਕਦੋਂ ਲਾਣ, ਉਹ ਹੁਣ ਲਾਣ ਜਾਂ ਹੁਣ ਬਸ ਨਾ ਲਾਣ? ਜਿਹੜਾ ਮੇਰਾ ਸਹੀ ਮਸ਼ਵਰਾ ਨਾ ਜੀ, ਹਾਂਜੀ ਉਹ ਤੇ 15 ਜਨਵਰੀ ਤੱਕ ਹੀ ਆ। 15 ਜਨਵਰੀ ਤੱਕ ਲਾਣੀ ਚਾਹੀਦੀ ਹੈ। ਹਾਂ, 15 ਅੱਛਾ ਜਨਵਰੀ ਖਰਚੇ ਦਾ ਜਿਹੜਾ ਦੱਸੋ। ਤਜਰਬੇ 'ਚ। 15 ਜਨਵਰੀ ਵਾਲੀ ਤੇ ਜ਼ਿਆਦਾ ਖਰਚਾ, ਮਤਲਬ ਜਿਹੜੀ 15 ਤੋਂ ਪਿੱਛੇ ਆ ਜਾਂ ਬਾਅਦ ਵਾਲੀ? 15 ਜਨਵਰੀ ਵਾਲੇ ਤੱਕ 60,000 ਰੁਪਏ 'ਚ ਚੱਲ ਜਾਂਦਾ ਕੰਮ, ਤਿਆਰ ਹੋ ਜਾਂਦੀ ਹੈ? ਹੋ ਜਾਂਦੀ ਹੈ। ਅੱਛਾ ਜੀ ਤੇ ਜਿਹੜੀ 15 ਜਨਵਰੀ ਤੋਂ ਬਾਅਦ ਚਲਾਉਣੀ ਆ, ਹਾਂਜੀ ਉਹ ਫਿਰ ਚੌਥੇ ਦਿਨ ਸਪਰੇਅ ਕਰਨੀ ਪੈਂਦੀ ਹੈ, ਜ਼ਹਿਰ ਪਾਉਣੀ ਪੈਂਦੀ ਹੈ। ਉਹ ਕਾਹਦੀ ਪਾਣੀ ਖਾਦ- ਪੈਂਦੀ, ਕਾਹਦੀ ਕੀ ਸੁੰਡੀ ਬਿਮਾਰੀ ਦੀ- ਆਉਂਦੀ? ਸੁੰਡੀ ਦੀ ਵਜ੍ਹਾ ਨਾਲ। ਅੱਛਾ ਜੀ ਦੂਸਰੀਆਂ ਜਿਹੜੀਆਂ ਨੇ ਫੰਜੀਸਾਈਡ, ਇਹ ਵੀ ਸਪਰੇਆਂ ਕਰਨੀਆਂ ਪੈਂਦੀਆਂ ਉਹ ਨੇ ਕਿ ਉਹਨਾਂ ਜ਼ਹਿਰਾਂ ਦੇ ਨਾਮ ਦੱਸ ਸਕਦੇ ਜਿਹੜੇ ਤੁਸੀਂ ਕਰਦੇ ਆ? ਨੂੰ। ਹਾਂਜੀ, ਕਿਹੜੀ ਕਿਹੜੀ ਕਰਦੇ ਆ? ਅਸੀਂ ਇਹਨੂੰ ਕਰੀਦੀ ਹੈ ਫਸਟ ਟਾਈਮ ਜਦੋਂ ਉੱਗਦੀ ਹੈ, ਰੀਡੋ ਮਿਲ ਕਰੀਦੀ ਹੈ। ਰੈਡੋਮਿਲ ਅੱਛਾ ਜੀ ਹਾਂਜੀ, ਉਸ ਤੋਂ ਬਾਅਦ ਫਿਰ ਇਹਨੂੰ ਕਰੀਦੀ ਹੈ ਟਾਪਸਨ ਐਮ, ਅੱਛਾ ਜੀ ਅਰਿਸਟਾ ਦੀ ਹੈ ਦਵਾਈ, ਰਿਸ਼ਤਾ ਦੀ ਹਾਂਜੀ ਜਿਹੜਾ ਪਾਊਡਰ ਹੈ। ਹਾਂਜੀ ਪਹਿਲੇ ਸਟੇਜ 'ਚ ਪੋਲਟਰੀ ਸੀ ਤੇ ਰੀਡੋ ਮਿਲ, ਅੱਛਾ ਜੀ ਤੇ 2 ਸਪਰੇਆਂ ਅਸੀਂ ਇਹਦੀਆਂ ਮਾਰਦੀਆਂ ਨੇ। ਅੱਛਾ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਟਾਪਸਨ ਐਮ ਅੱਛਾ ਜੀ ਤੇ ਕਲੋਰੋਪੈਰੀਫਾਸ, ਜਾਣੀ ਕਿ ਜਦੋਂ 25 ਤੋਂ 30 ਦਿਨ ਦੀ ਤੁਹਾਡੀ ਫਸਲ, ਜਾਣੀ ਕਿ 30 ਦਿਨ ਦੀ ਹੋ ਜਾਵੇ, ਠੀਕ ਹੈ ਜੀ ਫਿਰ ਕਲੋਰੋਪੈਰੀਫਾ, ਉਹ ਲਾਰਸਬੀਨ ਮਾਰੀ ਦੀ ਅਸੀਂ ਇਹਦੀ, ਅਰਿਸਟਾ ਦੀ। ਲਾਸਟਿੰਗ ਫਲੱਡ ਕਰਦੇ ਜਾਂ ਨਹੀਂ, ਸਪਰੇਅ ਹੀ ਮਾਰੀ ਦੀ ਹੈ, ਠੀਕ ਜਿਹੜੀ 50 ml ਤੁਸੀਂ ਇੱਕ ਟੈਂਕੀ 'ਚ ਪਾਉਣੀ ਹੈ, ਠੀਕ ਹੈ ਜ਼ਿਆਦਾ ਨਹੀਂ ਪਾਉਣੀ, 100 ਨਹੀਂ ਪਾਉਣੀ। ਠੀਕ ਹੈ ਜੀ 50 ਉਹ ਪਾ ਲੈਣੀ ਹੈ, ਤੇ ਟਾਪਸਨ ਐਮ ਪਾਊਡਰ ਪਾ ਲੈਣਾ, ਕਿਉਂਕਿ ਇੱਕੋ ਹੀ ਕੰਪਨੀ ਦਾ ਮਿਕਸਚਰ ਕਰੀਦਾ, ਠੀਕ ਹੈ ਦੂਸਰੀ ਕੰਪਨੀ ਦਾ ਮਿਕਸਚਰ ਨਹੀਂ ਕਰੀਦਾ। ਠੀਕ ਹੈ ਇਹਨਾਂ ਇਹ ਅਰਿਸਟਾ ਦੀਆਂ ਦੋਨੇ ਰਲਾ ਕੇ ਫਿਰ 2 ਸਪਰੇਆਂ ਅਸੀਂ ਅਰਿਸਟਾ ਦੀਆਂ ਮਾਰੀ ਦੀਆਂ ਨੇ, ਅੱਛਾ ਜੀ ਲਾਰਸਬੀਨ ਤੇ ਇਹ ਜਿਹੜੀ ਹੈ। ਉਸ ਤੋਂ ਬਾਅਦ ਫਿਰ ਆ ਜਾਂਦੀ ਹੈ ਸੁੰਡੀ ਦਾ ਮਰਲਾ, ਹਾਂਜੀ ਉਹਦੇ 'ਚ ਅਸੀਂ ਮੈਚ ਕਿਊਰਾ ਕਰਾਨ ਰਲਾ ਕੇ, ਹਾਂਜੀ ਨਾਲ ਫਿਰ ਸਿੰਜੈਂਟਾ ਦੀ ਲੈ ਆਈਦੀ ਹੈ, ਫੋਲੀਓ ਗੋਲਡ ਲੈ ਆਈਦੀ ਹੈ, ਜੀ ਜਾਂ ਰਿਵਸ ਲੈ ਆਈਦੀ ਹੈ, ਅੱਛਾ ਜੀ ਕਿਉਂਕਿ ਇਹਨੂੰ ਜਿਹੜੀ ਪਛੇਤੀ ਗੋਭੀ ਲੱਗਣੀ ਹੈ ਨਾ, ਹਾਂਜੀ ਇਹਨੂੰ ਫੰਗਸ ਬਿਮਾਰੀ ਬਹੁਤ ਆਉਂਦੀ ਹੈ, ਅੱਛਾ ਜੀ ਚਲਸਾਓ ਆ ਜਾਂਦਾ। ਅਗਰ ਤੁਸੀਂ ਇਹ ਚੀਜ਼ਾਂ ਨਹੀਂ ਪਾਓਗੇ ਹਾਂਜੀ ਤੇ ਤੁਸੀਂ ਚਲਸਾਓ ਆ ਜਾਊਗਾ। ਜਦੋਂ ਚਲਸਾਓ ਆ ਗਿਆ, ਹਾਂਜੀ ਬਲਾਸਟ ਆ ਗਿਆ, ਚਲਸਾਓ ਆ ਗਿਆ, ਕਿਸੇ ਕਿਸਮ ਦਾ ਵੀ ਫੰਗਸ ਆ ਗਈ, ਹਾਂਜੀ ਫਿਰ ਤੁਸੀਂ ਦੁਨੀਆ ਜਹਾਨ ਦੀਆਂ ਜਿਹੜੀਆਂ ਮਰਜ਼ੀ ਦਵਾਵਾਂ ਪਾ ਲਓ, ਰੋਕ ਨਹੀਂ ਸਕਦਾ ਠੀਕ ਹੈ ਜੀ ਇਸ ਗੋਭੀ ਦੇ ਵਿੱਚ। ਇਹ ਇਹ- ਤਜਰਬਾ ਹੈ।
ਅੱਛਾ, ਜਦੋਂ ਉਹ ਆ ਗਿਆ ਬਲਾਸਟ ਚਲਸਾਓ ਫਿਰ ਨਹੀਂ ਰੁਕਣਾ। ਫਿਰ ਨਹੀਂ ਰੁਕਦਾ। ਉਹਦਾ ਇਲਾਜ ਅਸੀਂ ਇਹ ਹੈ ਕਿ ਤਜਰਬਾ ਇਹ ਹੀ ਹੈ ਕਿ ਅਸੀਂ ਜਦੋਂ Before ਲਾਉਂਦੇ ਆ, time ਮੇਰੇ ਨਾਲ spray। ਇੱਕ ਦੋਸਤ ਨੇ ਪਰਸੋਂ ਮਸ਼ਵਰਾ ਕਰਿਆ, ਹਾਂਜੀ ਉਹਨੇ ਕਿਹਾ ਜੀ ਖਰਬੂਜਾ ਜਿਹੜਾ ਲਾਉਂਦੇ ਆ ਨਾ ਜੀ ਅਸੀਂ ਹੁਣ, ਹਾਂਜੀ ਉਹਨੂੰ ਫੰਗਸ ਆ ਜਾਂਦੀ ਆ, ਇਕੱਠਾ ਹੋ ਜਾਂਦਾ ਆ। ਲੰਬੜਦਾਰ ਸਾਹਿਬ ਵੀ ਬੈਠੇ, ਇਹਨਾਂ ਨੂੰ ਵੀ ਪਤਾ ਹਾਂਜੀ ਵੀ ਇਹ ਤਜਰਬਾ ਰੱਖਦੇ, ਦਵਾਣਾ ਵੀ ਲਾਉਂਦੇ, ਖਰਬੂਜਾ ਵੀ ਲਾਉਂਦੇ ਛਾਪਰ ਥੱਲੇ, ਹਾਂਜੀ ਕਿ ਪੁੱਛ ਲਓ ਵੀ ਆ ਜਾਂਦਾ ਆ। ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ, ਉਹ ਬੰਦੇ ਨੂੰ ਮੈਂ ਕਿਹਾ ਤੂੰ ਲਾ, ਜਾਂ ਮੈਂ ਲਾ ਲੈਣਾ ਕੋਈ ਕਿੱਲਾ ਇੱਕ, ਮੈਨੂੰ ਜੀ, ਲਵਾ ਜੀ। ਹੁਣ, ਤੇ ਉਹਨੂੰ ਰੂਟੀਨ ਵਾਈਜ਼ ਸਪਰੇਅ ਮਾਰ, ਜੀ ਫੰਗਸ ਵਾਲੀ ਸਪਰੇਅ ਨਹੀਂ ਮਿਸ ਕਰਨੀ ਉਹਨੂੰ। ਠੀਕ ਹੈ ਜੀ। ਤੇ ਉਹ ਕਿਉਂਕਿ ਇਹ ਜਿਹੜੀਆਂ ਦਵਾਈਆਂ ਨੇ 8 ਤੋਂ 10 ਦਿਨ ਅਸਰ ਰੱਖਦੀਆਂ ਨੇ, ਜੀ 8 ਤੋਂ 10 ਦਿਨ ਤੁਸੀਂ ਉਹਨੂੰ ਸਪਰੇਅ ਕਰੀ ਰੱਖੋ, ਜੀ ਤੇ ਉਹਦੇ ਵਿੱਚ ਬਿਮਾਰੀ ਨਹੀਂ ਆਊਗੀ। ਅਗਰ ਜਦੋਂ ਆ ਜਾਊਗੀ ਫਿਰ ਤੁਸੀਂ ਜੋ ਮਰਜ਼ੀ ਪਾ ਲਓ, ਨਹੀਂ ਰੁਕਦੀ। ਪੁੱਛ ਲਓ, ਠੀਕ ਬੈਠਾ ਜਦੋਂ ਖਰਬੂਜੇ ਨੂੰ ਜੇ ਆ ਜਾਂਦੀ ਹੈ, ਨਹੀਂ ਨਾ ਰੁਕਦੀ। ਜੀ। ਖਰਬੂਜ਼ਾ ਐਸੀ ਫਸਲ ਹੈ ਜਿਹਨੂੰ ਦੂਸਰੇ ਤੀਸਰੇ ਦਿਨ ਲਾਜ਼ਮੀ ਸਪਰੇਅ ਕਰਨੀ ਪੈਂਦੀ ਹਾਂ। ਹੈ ਜੀ। ਬਹੁਤ ਜ਼ਿਆਦਾ ਜੇ ਇਹਨੂੰ ਅਗਰ spray ਲੈਣਾ ਚੌਥੇ ਤੋਂ ਪੈਂਦਾ। ਪੰਜਵੇਂ ਦਿਨ, ਇਸੇ ਤਰ੍ਹਾਂ ਹੀ ਗੋਭੀ ਹੈ, ਹੂੰ। ਜਿਹਨੂੰ ਬਾਅਦ ਦੇ ਵਿੱਚ ਇੰਜੀ ਜਿਹੜੀ ਲੇਟ ਵੈਰਾਈਟੀ ਹੈ 15 ਜਨਵਰੀ ਤੋਂ, ਜਿਹੜੀ ਬਾਅਦ ਚ ਹੈ, ਹਾਂਜੀ ਲੇਕਿਨ 15 ਫਰਵਰੀ ਤੋਂ ਬਾਅਦ ਤੇ ਮੈਂ ਮਸ਼ਵਰਾ ਦਿੰਦਾ ਹੀ ਨਹੀਂ ਕਿ ਲਾਓ ਹੀ ਨਾ, ਠੀਕ ਹੈ ਜੀ। ਕਿਉਂਕਿ ਪਿਛਲੀ ਵਾਰੀ ਹੁਣ ਅਸੀਂ 15 ਫਰਵਰੀ ਨੂੰ ਲਾਈ ਆ, ਉਹਨੇ ਬਹੁਤ 80 ਤੋਂ 90 ਹਜ਼ਾਰ ਰੁਪਇਆ ਸਾਡਾ ਖਰਚਾ ਆਇਆ, ਲੇਕਿਨ ਉਹਨੂੰ ਵੀ ਮਸਲਾ ਆਇਆ, ਬਿਮਾਰੀ ਆਈ। ਬਿਮਾਰੀ ਫਿਰ ਲੇਟ ਜਾਣ ਦੇ ਵਿੱਚ ਇਹ ਹੁੰਦਾ ਕਿ ਅਗਰ ਬਾਰਿਸ਼ ਪੈ ਜਾਵੇ, ਹਾਂਜੀ ਜ਼ਮੀਨ ਭੜਾਸ ਮਾਰਦੀ ਹੈ ਫਿਰ, ਜੀ ਤੇ ਉਹਦੇ ਨਾਲ ਉਹ ਗਲ ਜਾਂਦੀ ਹੈ, ਗੋਭੀ ਠੀਕ ਖਰਾਬ ਹੋ ਹੈ। ਜਾਂਦੀ ਹੈ, ਖਲੋਤੀ ਨਹੀਂ ਰਹਿੰਦੀ ਠੀਕ ਹੈ ਜੀ। ਫਸਲ ਦੇ ਵਿੱਚ। ਅਗਰ ਬਾਰਿਸ਼ ਨਾ ਹੋਵੇ, ਹਾਂਜੀ ਫਿਰ ਤਕਰੀਬਨ ਜਿਹੜੀ ਹੈ ਨਾ ਜੀ 6ਵੇਂ ਮਹੀਨੇ ਤੱਕ, 6ਵੇਂ ਮਹੀਨੇ ਦੀ 15 ਤਰੀਕ ਤੱਕ ਗੋਭੀ ਸਾਡੇ ਇਲਾਕੇ ਦੀ ਚੱਲ ਜਾਂਦੀ ਹੈ। ਠੀਕ ਹੈ। ਔਰ ਜਿੱਥੇ ਆਪਾਂ ਬੈਠੇ ਆ, ਇਹ ਇਲਾਕੇ, ਜਿੰਨਾ ਵੀ ਸਾਡਾ ਇਲਾਕਾ ਨਾ ਜੀ, ਹੂੰ ਇਹ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਵਿੱਚ ਮਾਨ ਵਾਲਾ ਏਰੀਏ 'ਚ ਗੋਭੀ ਲੱਗਦੀ ਜ਼ਿਆਦਾ, ਸਭ ਤੋਂ ਜ਼ਿਆਦਾ। ਕੀ ਬਾਤ ਆ, ਮਨ ਵਾਲੇ ਦੀ ਗੋਭੀ ਵੀ ਇੱਥੇ ਹੀ ਜ਼ਿਆਦਾ ਲੱਗਦੀ, ਨਿੰਬੂ ਵੀ ਇੱਥੇ ਹੀ ਆ ਹਾਂ, ਜ਼ਿਆਦਾ। ਨਿੰਬੂ ਵੀ ਇੱਥੇ ਹੀ। ਹਾਂਜੀ। ਇਹ ਮਾਨ ਵਾਲਾ ਏਰੀਆ ਦਾ ਜਿਹੜਾ ਜੋ ਵੀ ਹੈ, ਜਾਣੀ ਕਿ ਪੂਰਾ ਇਲਾਕਾ ਗੋਭੀ ਲੱਗਦਾ। ਜੀ ਇਹ ਤੁਹਾਨੂੰ ਪਤਾ ਇਸ ਗੱਲ ਦਾ ਵੀ ਪੂਰੇ ਇਲਾਕੇ ਦੇ ਵਿੱਚੋਂ ਮਤਲਬ ਇਹ ਠੰਡੀ ਜ਼ਮੀਨ ਹੈ, ਸਹੀ ਹਾਂਜੀ ਤੇ ਇੱਥੇ ਜ਼ਿਆਦਾ ਕਾੜ ਕੱਢਦੀ ਹੈ, ਜਾਣੀ ਕਿ ਠੀਕ ਗੋਭੀ ਹੈ। ਜਿਹੜੀ ਹੈ। ਅੱਛਾ ਭਾਈ ਰਮਜ਼ਾਨ, ਤੇ ਇਹ ਜਾਂ ਹਾਂਜੀ ਕਰੋ ਗੱਲ ਹਾਂ, ਕੀ ਜਾਂ ਕਰ। ਜ਼ਮੀਨ ਜਿਹੜੀ ਹੈ ਵੀ ਮਸਲਨ ਕੁਝ ਜਿਹੜੇ ਨਹਿਰ ਦੇ ਨਾਲ ਵਾਲੇ ਜਿੰਨੇ ਇਲਾਕੇ ਨੇ ਨਾ, ਇਹ ਵੀ ਹਾਂਜੀ। ਨਹਿਰ ਦੇ ਨਾਲ ਆ। ਹਾਂਜੀ ਅੱਗੇ ਨਹਿਰ ਦੇ ਨਾਲ ਇਲਾਕੇ ਭੜਲ ਵਾਲੇ ਜਿਹੜੇ ਕਿ ਜਾਣੀ ਹਾਂਜੀ। ਕਿ ਜ਼ਮੀਨਾਂ ਜਿਹੜੀਆਂ ਨੇ, ਹਾਂਜੀ ਉਹਨਾਂ ਦੇ ਵਿੱਚ ਜ਼ਿਆਦਾ ਤੁਸੀਂ ਇਹ ਕਿਹਾ ਹੋਏ ਹਰ ਜ਼ਮੀਨ 'ਚ ਜਾਂਦੀ, ਲੇਕਿਨ ਜਿਹੜੀ ਠੰਡੀ ਜ਼ਮੀਨ ਆ ਪਹਾੜ ਵਾਲੀ ਉਹਦੇ 'ਚ ਜਿਹੜੀ ਜ਼ਿਆਦਾ। ਹੁਣ ਲੱਗਣੀ ਹੈ। ਅੱਛਾ ਉਹਦੀ ਗੱਲ ਹਾਂ, ਕਰਦੇ। ਜਿਹੜੀ ਹੁਣ ਲੱਗਣੀ ਹੈ ਨਾ ਜੀ, ਆ ਜਿਹੜੇ 10-15 ਦਿਨ ਹੈ ਨੇ, ਹਾਂਜੀ ਇਹਨਾਂ ਵਿੱਚ ਜਿਹੜੀ ਜਿਹੜੀ ਲੱਗਣੀ ਹੈ, 15 ਅਗਸਤ ਤੋਂ 15 ਜਨਵਰੀ ਤੱਕ ਉਹ ਉਹ ਜਿਹੜੀ ਵੀ ਚ ਮਰਜ਼ੀ ਅਗੇਤੀ ਠੰਡੀ ਪੈਲੀ 'ਚ ਹੀ ਹੋਣੀ ਹੈ। ਉਹ ਤੇ ਜਿਹੜੀ ਦੂਸਰੀ ਹੈ ਸਿਆਲਾਂ ਵਾਲੀ। ਹਾਂ, ਮੁੜ ਕੇ ਫਿਰ 15 ਅਗਸਤ ਤੋਂ 15 ਸਤੰਬਰ ਤੱਕ ਕਰ ਲਓ। ਹਾਂਜੀ ਉਸ ਤੋਂ ਬਾਅਦ ਜਿਵੇਂ ਦੀ ਮਰਜ਼ੀ ਜ਼ਮੀਨ ਹੈ ਨਾ ਜੀ, ਹਾਂਜੀ ਉਹਦੇ 'ਚ ਲਾ ਦਿਓ। 12ਵੇਂ ਮਹੀਨੇ ਦੀ 15 ਤੱਕ ਜਿਵੇਂ ਦੀ ਮਰਜ਼ੀ ਜ਼ਮੀਨ ਲਾ ਦਿਓ। ਅੱਛਾ ਇਹ ਦੱਸੋ। ਹੁਣ ਤੁਸੀਂ ਮਾੜੇ 'ਚ ਵੀ ਲਾ ਦਿਓਗੇ ਨਾ, ਹਾਂਜੀ ਉਹਦੇ 'ਚ ਗੋਭੀ ਉੱਗੇ ਆਊਗੀ, ਅੱਛਾ ਸਾਰਾ ਕੁਝ ਕਰੂਗੀ ਸਹੀ। ਜੀ ਲੇਕਿਨ ਜਦੋਂ ਚੌਥੇ ਮਹੀਨੇ 'ਚ ਜਾਂ ਪੰਜਵੇਂ 'ਚ ਧੁੱਪ ਪੈਣੀ ਹੈ ਨਾ, ਉਸ ਜ਼ਮੀਨ ਨੇ ਸਾਥ ਨਹੀਂ ਦੇਣਾ, ਠੰਡੀ ਨੇ ਸਾਥ ਦੇਣਾ, ਠੀਕ ਤੇ ਹੈ। ਉਹਨੇ ਖਤਮ ਹੋ ਜਾਣਾ। ਗੋਭੀ ਕਿੰਨੀ ਦੇਰ ਚ ਤਿਆਰ ਹੋ ਜਾਂਦੀ? ਇਹ 4 ਮਹੀਨਿਆਂ ਤੋਂ ਉੱਪਰ ਹੀ ਟਾਈਮ, 4 ਮਹੀਨੇ ਲਊਗੀ ਟਾਈਮ। ਹੋਣ ਵਾਲੀ ਹਾਂਜੀ, ਤੇ ਹੋਣ ਜਿਹੜੀ ਵਾਲੀ। ਸਿਆਲਾਂ ਵਾਲੀ ਆ ਜਿਹੜੀ ਅਗੇਤੀ ਲੱਗਦੀ ਹੈ ਉਹ ਤਕਰੀਬਨ 60 ਤੋਂ 65 ਦਿਨਾਂ 'ਚ, 70 ਦਿਨਾਂ 'ਚ ਤਿਆਰ ਹੋ ਜਾਂਦੀ ਹੈ। ਉਹ ਅਗੇਤੇ ਬੀਜ ਐਸੇ ਆ। ਅੱਛਾ ਜੀ ਜਿਹੜੇ ਬੀਜ ਮੈਂ ਤੁਹਾਨੂੰ ਦੱਸਿਆ, ਇਹ ਤਕਰੀਬਨ ਜਿੰਨਾ ਵੀ ਬੰਦਾ ਮਰਜ਼ੀ ਢਿੱਲ ਮਾਰ ਲੇ, ਖਾਦ ਪਾ ਲੇ, ਈਜ਼ਾ ਬਿਆਨ ਸਪਰੇਅ ਕਰ ਲੇ, ਥੱਲੋਂ ਵੀ ਜਾਣੀ ਕਿ ਖੁਰਾਕ ਦੇਵੇ, ਉੱਪਰੋਂ ਵੀ ਉਹਨੂੰ ਗੋਭੀ ਨੂੰ ਖੁਰਾਕ ਦੇਵੇ, ਇਹ 4 ਮਹੀਨਿਆਂ ਤੋਂ ਉੱਪਰ ਹੀ ਟਾਈਮ ਲੈਂਦੀ ਹੈ ਜਿਹੜੀ ਹੁਣ ਲਾਣੀ ਹੈ। ਜਿਹੜੀ ਹੁਣ ਲਾਉਣੀ ਹੈ। ਠੀਕ ਹੈ। ਜਿਹੜੀ ਹੁਣ ਲੱਗਣੀ ਹੈ ਨਾ ਜੀ, ਉਹ ਜਾ ਕੇ ਤੁਸੀਂ 4 ਮਹੀਨੇ ਹੁਣ ਤੋਂ ਗਿਣ ਲਓ, 120 ਦਿਨ ਗਿਣ ਲਓ। ਠੀਕ ਹੈ ਜੀ 120 ਦਿਨਾਂ 'ਚ ਤਿਆਰ ਹੋਊਗੀ। ਤੇ ਫਿਰ ਗਰਮੀ ਆ ਜਾਂਦੀ ਹੈ ਜ਼ਿਆਦਾ, ਅਪ੍ਰੈਲ 'ਚ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ, ਵਾਢੀਆਂ ਹਾਂਜੀ ਅਪ੍ਰੈਲ 'ਚ ਹੀ ਸ਼ੁਰੂ ਹੋ ਜਾਂਦੀਆਂ। ਅਪ੍ਰੈਲ 'ਚ ਗਰਮੀ ਹੋ ਜਾਂਦੀ 2.5 ਜੀ। ਠੀਕ ਹੈ ਮਹੀਨੇ ਉਸ ਚੀਜ਼ 'ਚ 2-2.5 ਮਹੀਨੇ ਰਹਿ ਗਏ ਆ। ਹਾਂਜੀ ਇਹ ਪਹਿਲਾ ਮਹੀਨਾ ਆ, ਜੀ। ਦੂਸਰਾ ਤੇ ਤੀਸਰਾ। ਅੱਧ ਅਪ੍ਰੈਲ ਤੱਕ ਤਕਰੀਬਨ ਅੱਜ 18-20 ਹੋ ਗਈ ਹੋਈ ਆ, ਜਾਣੀ ਕਿ 80-85 ਦਿਨ ਬਣਦੇ ਆ। ਹਾਂਜੀ ਜਿਸ ਵਜ੍ਹਾ ਤੋਂ, ਜਾਂ 90 ਦਿਨ ਹੀ ਲਾ ਲਓ, 3 ਮਹੀਨੇ ਹੀ ਲਾ ਲਓ ਪੂਰੇ। ਜੀ ਜਿਸ ਵਜ੍ਹਾ ਤੋਂ ਮੈਂ ਤੁਹਾਨੂੰ ਕਹਿਣਾ ਵੀ ਇਸ ਤੋਂ 15 ਜਨਵਰੀ ਤੋਂ ਪਹਿਲਾਂ ਪਹਿਲਾਂ ਲੱਗਣੀ ਚਾਹੀਦੀ ਹੈ, ਠੀਕ ਹੋ ਗਿਆ ਕਿਉਂਕਿ 15 ਮਈ ਤੱਕ ਤਿਆਰ ਹੋ ਜਾਏ। 15 ਮਈ ਨੂੰ ਗੰਦਮ ਦੀ ਕਟਾਈ ਛਟਾਈ ਹਰ ਚੀਜ਼ ਖਤਮ ਹੋ ਜਾਂਦੀ ਹੈ। ਹਾਂਜੀ ਤੇ ਉਹੀ ਫਿਰ ਉਹ ਤਕਰੀਬਨ ਚੱਲ ਜਾਂਦੀ ਹੈ ਜੂਨ ਤੱਕ। ਜੀ ਤੇ ਠੀਕ। ਜਿਹੜੀ ਇਹ ਬਾਅਦ ਚ ਲਾਉਣੇ ਆ, ਉਹ ਫਿਰ 15 ਮਈ ਦੇ ਮਹੀਨੇ 'ਚ ਬਣਨਾ, ਤੇ 3 ਮਹੀਨਿਆਂ ਦੇ ਵਿੱਚ ਉਹ ਫੁੱਲ ਮੋੜਨਾ ਸ਼ੁਰੂ ਕਰਦੀ ਹੈ।
ਜੀ ਤੇ ਜਦੋਂ ਮੋੜਦੀ ਹੈ ਫਿਰ ਉਹ ਫੁੱਲ ਛੋਟਾ ਰਹਿ ਜਾਂਦਾ ਤੇ ਜਾਂ ਬਣਦਾ ਹੀ ਨਹੀਂ। ਅਸੀਂ ਇੱਥੇ ਇੱਕ ਦਫਾ ਲਾਤੀ ਸੀ, ਬਣੀ ਹੋਈ ਨਹੀਂ ਸਾਡੀ, ਠੀਕ ਬਣੀ ਨਹੀਂ ਬਣੀ ਨਹੀਂ। ਬਣੀ ਨਹੀਂ ਉਹ ਮਾਰਚ ਦੇ ਮਹੀਨੇ ਚ ਲਾਤੀ ਸੀ, 12 ਹਾਂ। 13 ਤਰੀਕ ਨੂੰ ਮਾਰਚ ਨੂੰ ਲਾਈ ਸੀ। ਹਾਂਜੀ ਲੇਕਿਨ ਹੁਣ ਕੰਪਨੀ ਵਾਲੇ ਲੋਕ ਬੰਦਿਆਂ ਨੂੰ ਝਾਂਸਾ ਦੇਈ ਜਾਂਦੇ ਆ, ਮੀਟਿੰਗਾਂ ਕਰ ਕਰਕੇ ਕਹਿ ਦਿੰਦੇ ਨੇ ਜੀ ਆ ਸਾਡਾ ਬੀਜ ਲਾਓ, ਕੋਈ ਇੱਧਰ ਆ ਜਾਂਦਾ ਆਹ ਸਾਡਾ ਲਾਓ, ਹਾਂਜੀ ਤੇ ਉਹ ਗਰਮੀ ਦੇ ਵਿੱਚ ਤਿਆਰ ਹੁੰਦੀ ਨਹੀਂ। ਠੀਕ ਮੈਨੂੰ ਹੈ ਇੱਥੇ ਬੰਦੇ ਨੇ ਲਵਾਈ ਆ ਹੀ ਖੇਤ ਨਾਲ ਵਾਲੇ, ਜੀ ਅਜੇ ਚ ਕਣਕ ਲੱਗੀ ਅੱਜ ਹੈ ਚ ਕਣਕ ਲੱਗੀ। ਠੀਕ ਹੈ ਕਹਿੰਦਾ ਜੀ ਨਹੀਂ ਤੂੰ ਲਾ 12 13 ਤਰੀਕ ਨੂੰ, ਸਾਡਾ ਬੜਾ ਗਰਮੀ ਬੀਜ ਬਰਦਾਸ਼ਤ ਕਰਦਾ, ਜੀ ਇਹ ਆ ਉਹ ਆ, ਪੂਰੀ ਗਰੰਟੀ ਦੇ ਕੇ ਬੀਜ ਦੇ ਪੈਸੇ ਵੀ ਲੈ ਗਿਆ, ਹੂੰ। ਲਵਾ ਵੀ ਦਿੱਤੀ। ਤੇ ਉਹ ਮੁੜ ਕੇ ਕਹਿੰਦਾ ਜੀ ਇਹ ਉਹ ਗਰਮੀ ਬਹੁਤੀ ਪੈ ਗਈ। ਮੈਂ ਕਹਿੰਦਾ ਜਿਸ ਸਾਲ ਮਾਰਚ ਹੀ ਗਰਮੀ ਪੈ ਗਈ ਸੀ, ਜੀ ਐਂਡ ਤੇ ਮਾਰਚ ਤੋਂ ਲਾਈ ਤੇ ਗਰਮੀ ਸ਼ੁਰੂ ਹੋ ਗਈ, ਠੀਕ ਹੈ ਜੀ ਹੋਈ ਕੋਈ ਨਹੀਂ ਸੀ ਤਿਆਰ ਫਿਰ। ਠੀਕ ਅੱਛਾ ਇੱਕ ਇਹ ਦੱਸੋ ਇਹ ਜਿਹੜੀਆਂ ਖੇਲਾਂ ਤੇ ਲਾਣੀ ਆ ਹਾਂਜੀ ਉਹ ਖੇਲ ਤੋਂ ਕਿੰਨਾ ਫਾਸਲਾ ਹੁੰਦਾ? ਇਹ ਜਿਹੜਾ ਨਾ ਜੇ ਇੱਕ ਖੇਤ ਦੇ ਵਿੱਚ ਜਿਹੜੀ 8-18 ਦੀ ਪੈਲੀ ਹੈ ਨਾ, ਹਾਂਜੀ ਉਹਦੇ ਵਿੱਚ 80 ਸਿਆੜ ਹੋਣੇ ਚਾਹੀਦੇ ਆ, 80 ਬਿਹਤਰੀਨ ਸਿਆੜ। ਪੈਦਾਵਾਰ ਆ। ਲੋਕ 90 ਵੀ ਕੱਢ ਲੈਂਦੇ ਆ, ਹਾਂਜੀ 95 ਵੀ ਕੱਢ ਲੈਂਦੇ ਆ, ਹਾਂਜੀ 60-70 ਵੀ ਕੱਢ ਲੈਂਦੇ ਨੇ। ਅਸੀਂ 65 ਸਿਆੜ ਵੀ ਕੱਢ ਕੇ ਤਜਰਬਾ ਕਰਿਆ, ਹਾਂਜੀ 70 ਸਿਆੜ ਵੀ ਕੱਢ ਕੇ ਤਜਰਬਾ ਕਰਿਆ ਰੇਜਰ ਕਰਕੇ, ਹਾਂਜੀ 75 ਵੀ, 80 ਵੀ, 85 ਵੀ, 90 ਵੀ। ਅੱਛਾ ਜੀ 90 ਸਿਆੜਾਂ ਤੋਂ ਅਸੀਂ ਉੱਪਰ ਨਹੀਂ ਤਜਰਬਾ ਕਰਿਆ, ਅੱਛਾ ਜੀ ਲੇਕਿਨ ਜਿਹੜਾ ਸਾਡੇ ਨਜ਼ਰੀਏ 'ਚ ਫਿੱਟ ਆਇਆ ਨਾ, ਉਹ 80 ਸਿਆੜਾਂ ਦਾ ਨਿਕਾਲ ਜ਼ਿਆਦਾ ਫਿੱਟ ਆਇਆ। 80 ਸਿਆੜ ਕੱਢਣੇ ਆ ਹਾਂ 80 ਤੇ ਉਹ ਜਿਹੜੀ ਖੇਲ ਹੋਣੀ ਉਹਦੇ ਦੋਨਾਂ ਪਾਸੇ ਲਾਣੀ ਜਾਂ ਇੱਕ ਪਾਸੇ? ਉਹਦੇ ਦੋਨਾਂ ਪਾਸੇ ਬੰਦ ਗੋਭੀ। ਤੇ ਫਾਸਲਾ ਕਿੰਨਾ ਲਾਣਾ ਬੀਜ ਦਾ ਬੀਜ ਤੋਂ? ਫਾਸਲਾ ਉਹਦਾ ਲਾਉਣਾ ਆ ਪੌਣੀ ਗਿੱਠ ਤੇ ਲਾਉਣੀ ਹੈ, ਯਾਨੀ ਕਿ ਫਿਰ ਉਹ ਮਿਆਰ ਦੀ ਬਣੂਗੀ। 9 ਪੌਣੇ ਕਿਲੋ ਦਾ, ਹਾਂ ਇੰਚ ਮੇਰਾ 9 ਇੰਚ ਦੀ ਤਾਂ 9 ਹੁੰਦੀ ਇੰਚ, ਹੈ। ਹਾਂਜੀ 9 ਨਹੀਂ ਇੰਚ ਦੀ ਤਾਂ ਗਿੱਠ ਹੁੰਦੀ ਹੈ ਤੇ ਪੌਣੀ ਤੇ 6 ਇੰਚ ਹੋ ਗਿਆ। ਹਾਂ 6 ਇੰਚ ਤੇ ਲਾਉਣਾ ਬੂਟ। ਛੇ- ਕਿੰਨੇ ਦਾਣੇ ਲਾਣੇ ਆ ਉਹਦੇ? ਇੱਕ ਲਾਉਣਾ ਦਾ, ਇੱਕ ਦਾਣਾ ਲਾਣਾ, ਇਕੱਲਾ। ਯਾਨੀ ਜਿਹੜੇ ਲਾਣ ਵਾਲੀ ਲੇਬਰ ਉਹਨੂੰ ਕਹਿੰਦੇ ਆ ਰਹਿਣਾ ਕੱਲਾ ਕੱਲਾ ਦਾਣਾ ਲਾਇਓ। ਕੱਲਾ ਲਾਉਣਾ। ਤੁਸੀਂ ਇੱਥੇ ਚੈੱਕ ਕਰ ਲਓ ਆਪਣੇ, ਉੱਗੀ ਖੜੀ ਹੈ। ਹਾਂਜੀ ਤੁਹਾਡੀ ਤਾਂ ਜੀ ਬਹੁਤ ਸੋਹਣੀ ਉੱਗੀ ਹੈ ਜੀ। ਆਹ ਵੇਖ ਕੱਲੇ ਹਾਂਜੀ ਜਾਂ ਇਸ ਦਾ ਐਕਸਪਰਟ ਆਹੋ ਜੀ ਆ ਖੜੀ ਕੱਲਾ ਕੱਲਾ ਹੀ ਦਾਣਾ, ਕੱਲਾ ਕੱਲਾ ਰੋਜ਼ ਦਾਣਾ ਤੁਸੀਂ ਲਾਣਾ। ਲੰਘਦੇ ਹੋ ਗੋਭੀਆਂ ਵੇਖਦੇ ਹੋ ਸਾਡੀਆਂ ਕੱਲਾ ਕੱਲਾ ਹੀ ਹੁੰਦਾ। ਜੀ ਦੇਖ ਲਓ। ਤੁਹਾਡੀ ਕੀ ਬਾਤ ਆ, ਮਾਡਲ ਤੁਹਾਡੀ ਫਾਰਮਿੰਗ ਆ, ਅੱਲਾਹ ਤਾਲਾ ਬਰਕਤ ਦੇ। ਹਾਂਜੀ ਇਹ ਕੱਲਾ ਕੱਲਾ ਦਾਣਾ ਲਾਣਾ, 6 ਇੰਚ ਤੇ ਦਾਣਾ ਲਾਣਾ, ਖੇਲ ਦੇ ਦੋਨੇ ਪਾਸੇ ਲਾਣਾ, 80 ਖੇਲਾਂ ਪਾਣੀਆਂ। ਹਾਂਜੀ ਤੇ ਮੰਡੀ ਕਿਹੜੀ ਕਿਹੜੀ 'ਚ ਵਿਕਦੀ ਹੈ? ਇਹ ਪੂਰੇ ਪਾਕਿਸਤਾਨ 'ਚ ਹੀ ਵਿਕਦੀ, ਹਰ ਮੰਡੀ 'ਚ ਹੀ ਵਿਕਦੀ ਆ। ਜਿੱਥੇ 버ਗਰ ਖਾਂਦੇ ਉੱਥੇ ਵਿਕੀ ਜਾਂਦੀ ਉੱਥੇ ਹੈ। ਵਿਕੀ ਜਾਂਦੀ ਆ। ਬੜੀ ਵੱਡੀ ਕਿਹੜੀ ਜੀ ਹੈ? ਇਹ ਵੱਡੀਆਂ ਮੰਡੀਆਂ ਜਿਹੜੀਆਂ ਨੇ ਕਰਾਚੀ ਹੈ, ਲਾਹੌਰ ਆ, ਜੀ ਪਸ਼ਾਵਰ ਆ, ਅੱਛਾ ਜੀ ਜਿਹੜੀਆਂ ਇਹ ਮੇਨ ਮੰਡੀਆਂ ਨੇ, ਪਿੰਡੀ ਹੈ, ਇਸਲਾਮਾਬਾਦ, ਠੀਕ ਹੈ ਜੀ ਇਹਨਾਂ 'ਚ ਜ਼ਿਆਦਾ ਵਿਕਦੀ ਆ। ਠੀਕ ਹੈ ਜੀ ਜਿਹੜੀਆਂ ਛੋਟੀਆਂ ਮੰਡੀਆਂ ਨੇ ਉਹਨਾਂ 'ਚ 5-4 ਤੋੜੇ ਵਿਕਦੇ ਆ, 6 ਜਿਵੇਂ ਮਨ ਨਾਲ ਹਾਂਜੀ 5-4 ਤੋੜੇ, 5-4 ਢਾਬਾਂ 'ਚ ਵਿਕ ਜਾਂਦੇ ਨੇ, ਇੰਨੇ ਕੁ ਵਿਕ ਸਕਦੇ। ਆ ਤਾਂ ਜੇ 12-16 ਚਲੇ ਗਏ ਤਾਂ ਕੰਮ ਖਰਾਬ। ਕੰਮ ਖਰਾਬ ਆ। ਠੀਕ ਉਹ ਫਿਰ ਹੈ। ਵੱਡੀ ਮੰਡੀ ਉਹ ਖਾਂਦੀ ਹੈ, ਲਾਹੌਰ ਵਾਲੀ 버ਗਰ ਖਾਂਦੇ ਨੇ ਜ਼ਿਆਦਾ। ਹਾਂਜੀ ਲਾਹੌਰ ਦੇ ਵਿੱਚ ਕਮ ਸੇ ਕਮ 2 ਤੋਂ 3 ਗੱਡੀਆਂ ਮੇਰੇ ਹਿਸਾਬ ਨਾਲ 버ਗਰਾਂ 'ਚ ਪੈ ਜਾਂਦੀਆਂ ਨੇ। 2-3 ਗੱਡੀਆਂ 버ਗਰਾਂ 'ਚ ਪੈ ਜਾਂਦੀਆਂ ਬੰਦ ਗੋਭੀ ਦੀਆਂ। ਲਾਹੌਰੀਆ ਤਾਂ ਲਾਹੌਰ ਦੇ ਵਿੱਚ ਲਾਹੌਰੀਆ ਤਾਂ ਛੱਡਦੇ ਕੁਛ ਨਹੀਂ ਨਾ ਜੀ। ਹੁਣ ਮੈਂ ਖੋਤਿਆਂ ਵਾਲੀ ਗੱਲ ਨਹੀਂ ਕਰਨੀ। ਇਹ ਨਾ ਹੋਵੇ ਕਿ ਖਾਣੋਂ ਹੀ ਹਟ ਜਾਣ। ਨਹੀਂ ਖਾਣੋਂ ਨਹੀਂ ਹਟਦੇ, ਖਾਣ ਨੂੰ ਸ਼ੇਰ ਆ। ਅੱਛਾ ਭਾਈ ਰਮਜ਼ਾਨ, ਤੁਸੀਂ ਇਹ ਗੱਲ ਦੱਸੀ ਕਿ ਪੈਲੀ ਨੂੰ ਬਣਾ ਕੇ ਉਹਦੇ ਵਿੱਚ ਤਿਆਰ ਕਰਕੇ, ਪੈਲੀ ਜਦੋਂ ਤਿਆਰ ਹੋਊਗੀ ਨਾ, ਅੱਛੀ ਹੋਊਗੀ, ਖੁਸ਼ਕ ਹੋਊਗੀ। ਹਾਂਜੀ ਇੱਕ ਗਿੱਲੀ ਪੈਲੀ 'ਚ ਨਹੀਂ ਲਾਉਣੀ, ਗਿੱਲੀ ਪੈਲੀ 'ਚ ਨਹੀਂ ਲਾਣੀ। ਅੱਛਾ ਜੀ ਖੁਸ਼ਕ ਹੋ ਜਾਵੇ, ਹਾਂਜੀ ਫੁੱਲ ਜਾਣੀ ਕਿ ਸੁੱਕੀ ਪੈਲੀ ਹੋਵੇ, ਹਾਂਜੀ ਉਹ 'ਚ ਜਰਮੀਨੇਸ਼ਨ ਵੀ ਸਹੀ ਕਰੂਗੀ, ਗੋਭੀ ਟੁਰੂਗੀ ਵੀ। ਜੀ ਤੁਸੀਂ ਗਿੱਲੀ 'ਚ ਲਾ ਲਓਗੇ, ਜੀ ਇੱਕ ਤੁਸੀਂ ਲਾ ਲਓ, ਅੱਜ ਲਾ ਲਓ, ਹਾਂਜੀ ਇੱਕ 20 ਦਿਨਾਂ ਨੂੰ ਲਾ ਲਓ ਹਾਂਜੀ। ਗਿੱਲੀ ਦੇ ਵਿੱਚ। ਹੁਣ ਜੇ ਹੁਣ ਅੱਜ ਕੱਲ ਅਸੀਂ ਗਿੱਲੀ 'ਚ ਲਾਈਏ, ਉਹ ਹਾਂਜੀ ਟੁਰਦੀ ਨਹੀਂ ਗੋਭੀ। ਠੀਕ ਹੈ ਜੀ, ਪੈਲੀ ਬੀਜ ਖੁਸ਼ਕ ਗਲ ਹੋਣੀ ਜਾਂਦਾ। ਚਾਹੀਦੀ ਹੈ। ਠੀਕ ਹੈ ਜੀ। ਹਾਂਜੀ ਠੰਡ 'ਚ। ਅੱਛਾ ਇਹ ਚੋਪਾ ਕਰਕੇ ਬਾਅਦ 'ਚ ਪਾਣੀ ਲਾਣਾ ਹਾਂਜੀ ਤੇ ਉਹ ਬੀਜ ਲਗਾ ਕੇ। ਬੀ ਲਾ ਕੇ, ਤੇ ਬੀ ਜਿਹੜਾ ਆ ਉਹ ਡੁੱਬਣਾ ਨਹੀਂ ਚਾਹੀਦਾ ਪਾਣੀ ਦੇ ਵਿੱਚ। ਹਾਂ ਰੇਤ 'ਚ। ਨਹੀਂ ਡੁੱਬਣਾ ਚਾਹੀਦਾ, ਥੱਲੇ ਪਾਣੀ ਜਿਹੜਾ ਨਾ ਖੇਲਾਂ ਦੇ ਹਾਂਜੀ ਥੱਲੇ ਜਦੋਂ, ਇਸੇ ਕਰਕੇ ਮੈਂ ਕਿਹਾ ਨਾ ਵੀ ਜ਼ਮੀਨ ਖੁਸ਼ਕ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਜਦੋਂ ਸੁੱਕੀ ਜ਼ਮੀਨ ਹੋਊਗੀ, ਖੇਲਾਂ 'ਚ ਥੱਲੇ ਥੱਲੇ ਫਿਰ ਜੂਗਾ ਨਾ ਪਾਣੀ, ਹਾਂਜੀ ਆਟੋਮੈਟਿਕ ਰੇਂਜ ਹੋ ਜੂਗੀ। ਉਹ ਰੇਜ ਦੇ ਨਾਲ ਜੇ ਹੋ ਗਿੱਲੀ ਜਾਏਗਾ। ਹੋਊਗੀ ਉਹ ਟੁਰਦੀ ਨਹੀਂ, ਰੇਂਜ ਹੀ ਨਹੀਂ ਹੁੰਦੀ। ਇਹਦਾ ਜਿਹੜਾ ਗੰਦ ਉਗਦਾ ਉਹਦੇ ਨਾਲ ਕੋਈ ਸਪਰੇਅ ਹੋ ਜਾਂਦੀ ਹੈ? ਉਹ ਇਹ ਤੁਸੀਂ ਸਪਰੇਅ ਕਰੋ ਡਵਾਲ ਗੋਲਡ ਲਾਣ ਤੋਂ ਬਾਅਦ? ਹਾਂ ਲਾਣ ਤੋਂ ਬਾਅਦ। ਅੱਛਾ ਇਹ ਅਸੀਂ ਜਿਹੜੀ ਸਪਰੇਅ ਕਰਵਾਉਨੇ ਆ ਨਾ, ਹਾਂਜੀ 70 ਤੋਂ 80 ml ਇੱਕ ਟੈਂਕੀ 'ਚ ਪਵਾ ਕੇ, ਠੀਕ। 4 ਖੇਤਾਂ ਦੇ, ਇੱਕ ਖੇਤ 'ਚ 4 ਟੈਂਕੀਆਂ ਕਰੀਦੀਆਂ, ਹਾਂਜੀ 100 ਵੀ ਪਾ ਲਈਦੀ ਹੈ। ਹਾਂਜੀ ਲੇਕਿਨ ਜਿਹੜੀ ਹੈ ਨਾ, ਅਸੀਂ 100 ਵੀ ਪਾ ਕੇ ਤਜਰਬਾ ਕਰਿਆ ਹੋਇਆ, 50-60 ਵੀ ਪਾ ਕੇ ਕਰਿਆ, ਜੀ ਲੇਕਿਨ ਜਿਹੜਾ ਰਿਜ਼ਲਟ ਆ ਨਾ 70-80 ਦਾ, ਉਹ ਨਾ ਬੀਜ ਨੂੰ ਨੁਕਸਾਨ ਹੈ ਜੀ ਤੇ ਗੰਦ ਵੀ ਨਹੀਂ ਉਗਦਾ। ਗੰਦ ਵੀ ਨਹੀਂ ਉਗਦਾ। ਹਾਂਜੀ। ਉਹਦੇ ਤੋਂ ਇੱਕ ਬਾਅਦ ਹੋਰ ਹੈ, ਇੱਕ ਹਾਂਜੀ। ਹੋਰ ਤਜਰਬਾ ਕਰਿਆ ਅਸੀਂ, ਉਹ ਲੋਕਾਂ ਨੂੰ ਲੇਕਿਨ ਦੱਸਦੇ ਕਹਿੰਦੇ ਨਹੀਂ ਹੈ, ਹਾਂਜੀ ਕਿਉਂਕਿ ਕੋਈ 1-2 ਬੰਦਿਆਂ ਨੂੰ ਮੈਂ ਕਰਵਾਇਆ ਸੀ, ਉਹਨਾਂ ਨੇ ਗਲਤ ਕਰ ਲਿਆ। ਜੀ
ਇਹ ਇੱਕ ਹੋਰ ਤਜਰਬਾ ਹੈ ਕਿ ਪੈਂਡੀ ਮੈਥਲੀਨ ਜਿਹੜੀ ਹੈ ਨਾ ਅਸੀਂ 60 ਠੋਹ ਪਾ ਕੇ ਹਾਂਜੀ ਤੇ 25 ਪੈਂਡੀ ਮੈਥਲੀਨ ਪਾਈ ਆ ਉਹਦੇ ਵਿੱਚ। ਨਹੀਂ 60 ਕੀ ਪਾਇਆ 60 ਡਵਾਲ ਗੋਲਡ, ਡਵਾਲ ਗੋਲਡ 20 ਤੋਂ 25 ml ਪੈਂਡੀ ਪੈਂਡੀ ਮੈਥਲੀਨ। ਪੈਂਡੀ ਮੈਥਿਲੇ ਉਹਦਾ ਵੀ ਰਿਜ਼ਲਟ ਅੱਛਾ ਹੈ। ਠੀਕ ਲੇਕਿਨ ਉਹ ਇੱਕ ਦੋ ਦੋਸਤ ਮਸ਼ਵਰਾ ਦਿੱਤਾ, ਹਾਂਜੀ ਉਹਨਾਂ ਨੇ 60 ਉਹ ਪਾਤੀ, ਗਲਾਸੀ ਉਹ ਪਾਤੀ, ਗਲਾਸੀ ਉਹ ਪਾਤੀ, ਉਹਦੇ ਵਿੱਚ ਫਿਰ ਉਹਨਾਂ ਦੀ ਫਸਲ ਰੁਕੀ, ਜਰਮੀਨੇਸ਼ਨ ਤੇ ਫਰਕ ਪਿਆ। ਹਾਂਜੀ ਲੇਕਿਨ ਪੈਂਡੀ ਮੈਥਲੀਨ ਅਸੀਂ 20 ਤੋਂ 25 ਤਜਰਬਾ ਕਰਕੇ ਦੇਖਿਆ, ਜਿੱਦੇ 'ਚ ਸਾਨੂੰ ਡਾਊਟ ਹੁੰਦਾ ਨਾ ਵੀ ਇਹ 'ਚ ਗੰਦ ਜ਼ਿਆਦਾ ਉੱਗਣਾ, ਹਾਂਜੀ ਉਹ ਅਸੀਂ ਫਿਰ ਉਹਦੇ 'ਚ ਉਹ ਪਾ ਦੇਈਦੇ। ਠੀਕ ਹੈ ਜੀ ਅਗਰ ਜਿਨ੍ਹਾਂ ਪੈਲੀਆਂ 'ਚ ਡੀਲਾ ਉੱਗਦਾ ਜ਼ਿਆਦਾ, ਹਾਂਜੀ ਉਹਨਾਂ ਦੇ ਵਿੱਚ ਅਸੀਂ 1 ਲੀਟਰ ਜਦੋਂ ਬੀਜ ਲਗਾਈਦਾ ਨਾ ਇਹਦਾ ਗੋਭੀ ਦਾ ਗੋਭੀ ਦਾ, ਹਾਂਜੀ ਇਹ ਸਿਰਫ ਵਾਹਦ ਅਸੀਂ ਕਰਦੇ ਹਾਂ, ਹੋਰ ਬੰਦੇ ਨਹੀਂ ਕਰਦੇ। ਜਾਂ ਸਾਡੇ ਪਿੰਡ ਇੱਕ ਦੋ ਬੰਦਿਆਂ ਨੇ ਉਹ ਵੀ ਬੜੇ ਹੌਸਲੇ ਨਾਲ ਦੇਖ ਕੇ ਪੁੱਛ ਦੱਸ ਕਰਕੇ ਮੇਰੇ ਤੋਂ ਨਾ ਵੀ ਪਾਇਆ ਹਾਂਜੀ ਵੀ 1 ਕਿੱਲੇ 'ਚ ਡਵਾਲ ਗੋਲਡ ਜਿਹੜੀ ਹੈ ਨਾ ਥੱਲੇ ਫਲੱਡ ਵਾਲੀ, ਹਾਂਜੀ ਉਹਦੇ ਨਾਲ ਇਹ ਫਲੱਡ ਕਰਨ ਨਾਲ ਇਹ ਹੋ ਜਾਂਦਾ ਕਿ ਜਿੰਨੀ ਜਗ੍ਹਾ 'ਚ ਪਾਣੀ ਲੱਗਣਾ ਨਾ, ਹਾਂਜੀ ਉਨੀ ਜਗ੍ਹਾ 'ਚ ਨਾ ਤਾਂ ਕੋਈ ਗੰਦ ਉੱਗਣਾ, ਹਾਂਜੀ ਨਾ ਉਹਦੇ 'ਚ ਡੀਲਾ ਉੱਗੂਗਾ, ਨਾ ਹਾਂਜੀ। ਕੋਈ ਸ਼ੈ ਨਹੀਂ ਉੱਗੂਗੀ, ਸਿਰਫ ਉੱਪਰ ਰਹਿ ਜਾਊਗਾ ਫਿਰ ਡੀਲਾ ਥੋੜਾ। ਠੀਕ ਹੈ ਜੀ। ਇਹ ਕਿੰਨੀ ਪਾਣੀ ਹੈ ਡਵਾਲ ਗੋਲਡ ਫਲੱਡ ਕਰਨੀ ਉਹ ਹੈ 1 ਲੀਟਰ ਕਰਨਾ ਫਲੱਡ 1 ਲੀਟਰ ਨੂੰ, ਡਰਮ ਦੇ ਪਹਿਲੇ ਵਿੱਚ ਪਾਣੀ ਰਲਾ 'ਚ। ਦੇਣਾ ਪਹਿਲੇ ਪਾਣੀ ਦੇ ਵਿੱਚ ਹਾਂਜੀ, ਡਰਮ ਦੇ ਵਿੱਚ ਰੱਖ ਕੇ ਇੱਕੋ ਜਿਹਾ ਫਲੱਡ ਹੋਵੇ, ਠੀਕ ਹੈ ਜੀ ਤੇ ਉਹਦੇ ਨਾਲ ਇਹ ਹੈ ਕਿ ਜਿਨ੍ਹਾਂ ਪੈਲੀਆਂ 'ਚ ਡੀਲਾ ਉੱਗਦਾ ਆ, ਠੀਕ ਹੈ ਤੇ ਜਾਂ ਉਹਨੂੰ 1 ਮਹੀਨਾ ਪਹਿਲਾਂ ਰੌਂਡ ਅਪ ਦੀ ਦਵਾਈ ਹੁੰਦੀ ਹੈ, ਇਹਨੂੰ ਜੋ ਡੀਲਾ ਉੱਗਿਆ ਹੋਵੇ ਨਾ ਪੈਲੀ 'ਚ, ਇਹਨੂੰ ਜਿਹਦੇ 'ਚ ਜ਼ਿਆਦਾ ਡੀਲਾ ਹੋਵੇ ਹਾਂਜੀ ਤੁਸੀਂ ਉਹਨੂੰ ਪਾਣੀ ਲਾ ਦਿਓ ਵੀ ਡੀਲਾ ਉੱਗਿਆ ਹੋਵੇ, ਹਾਂਜੀ ਉਹਨੂੰ ਤੁਸੀਂ ਰੌਂਡ ਅਪ ਦੀ ਸਪਰੇਅ ਕਰ ਦਿਓ। ਜੀ ਉਸ ਤੋਂ ਬਾਅਦ 1 ਮਹੀਨਾ ਬਾਅਦ ਤੁਸੀਂ ਉਹਦੇ ਵਿੱਚ ਗੋਭੀ ਲਾਓਗੇ ਤੇ ਉਹਦੇ 'ਚ ਡੀਲਾ ਨਹੀਂ ਉੱਗੂਗਾ, ਗੰਦ ਕੋਈ ਵੀ ਨਹੀਂ ਉੱਗੂਗਾ, ਸਾਰਾ ਹੀ ਖਤਮ। ਠੀਕ ਹੈ ਜੀ ਲੇਕਿਨ 1 ਮਹੀਨੇ ਦਾ ਪੈਲੀ ਨੂੰ ਫਿਰ ਉਹ ਚਾਹੀਦਾ, ਠੀਕ ਹੈ ਜੀ ਵੇਲ ਚਾਹੀਦਾ। ਠੀਕ ਮੇਰਾ ਖਿਆਲ ਅਸੀਂ ਗੱਲਾਂ ਤਾਂ ਸਾਰੀਆਂ ਕਰ ਲਈਆਂ ਜਿਹੜੀਆਂ ਜ਼ਰੂਰੀ ਸੀ। ਹਾਂਜੀ ਜਿਹੜੀਆਂ ਰਹਿ ਗਈਆਂ, ਜਿਹੜੇ ਕੋਈ ਸਵਾਲ ਰਹਿ ਗਏ, ਉਹ ਦੋਸਤ ਕਮੈਂਟਸ ਦੇ ਵਿੱਚ ਲਿਖ ਦੇਣਗੇ, ਉਹ ਫਿਰ ਤੁਹਾਡੇ ਕੋਲੋਂ ਫਿਰ ਪੁੱਛ ਲਵਾਂਗੇ। ਹਾਂ ਠੀਕ ਠੀਕ ਹੋ ਗਿਆ ਜੀ। ਹੁਣ ਜਾਂਦੇ ਜਾਂਦੇ ਇੱਕ ਪਾਕਿਸਤਾਨ ਦਾ ਨਾਅਰਾ ਲਾ ਦਈਏ, ਹਾਂ ਠੀਕ ਪਾਕਿਸਤਾਨ ਜਿੰਦਾਬਾਦ। ਹੌਲੀ ਕਿਆ ਕੋਈ ਭੁੱਖ ਲੱਗੀ, ਚਲੋ। ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ। ਹਾਂ ਠੀਕ ਹੈ।